ओशो दा ਲੈਕਚਰ। ਕੁਝ ਹੋਣ ਦੀ ਵਾਸਨਾ, ਕੁਝ ਬਣਨ ਦੀ ਵਾਸਨਾ ਕਿ ਰਾਸ਼ਟਰਪਤੀ ਬਣ ਜਾਵਾਂ, ਕਿ ਪ੍ਰਧਾਨ ਮੰਤਰੀ ਬਣ ਜਾਵਾਂ, ਕਿ ਰੌਕਫੇਲਰ ਬਣ ਜਾਵਾਂ, ਕਿ ਆਇਨਸਟਾਈਨ ਬਣ ਜਾਵਾਂ, ਜਾਂ ਕਿ ਬੁੱਧ ਜਾਂ ਮਹਾਵੀਰ ਬਣ ਜਾਵਾਂ। ਕੁਝ ਹੋਰ ਦੀ ਵਾਸਨਾ, ਕੁਝ ਬਣਨ ਦਾ ਪਾਗਲਪਨ। ਸੋ ਉੱਚੀ ਆਸ ਨੂੰ ਦੂਰ ਕਰੋ। ਕਿਉਂ? ਕਿਉਂਕਿ ਜਦ ਤੱਕ ਤੁਸੀਂ ਕੁਝ ਹੋਣਾ ਚਾਹੁੰਦੇ ਹੋ ਤਦ ਤੱਕ ਤੁਸੀਂ ਉਹ ਨਾ ਹੋ ਪਾਓਗੇ ਜੋ ਤੁਸੀਂ ਹੋਣ ਲਈ ਪੈਦਾ ਹੋਏ ਹੋ। ਜਦ ਤੱਕ ਕੁਝ ਹੋਣਾ ਚਾਹੁੰਦੇ ਹੋ ਤਦ ਤੱਕ ਤੁਸੀਂ ਆਪਣੇ ਨਿੱਜ ਰੂਪ ਨੂੰ ਨਹੀਂ ਪਾ ਸਕੋਗੇ, ਕਿਉਂਕਿ ਤੁਹਾਡਾ ਜੋ ਨਿੱਜ ਰੂਪ ਹੈ, ਜੋ ਤੁਹਾਡਾ ਸਰੂਪ ਹੈ, ਉਹ ਤਾਂ ਤੁਸੀਂ ਹੋ। ਉਹ ਤੁਸਾਂ ਨਹੀਂ ਹੋਣਾ ਨਹੀਂ ਹੈ। ਜੋ ਵੀ ਤੁਸੀਂ ਹੋਣਾ ਚਾਹੁੰਦੇ ਹੋ ਉਹ ਠੱਗੀ ਹੋਏਗਾ, ਉਹ ਆਪਣੇ ਆਪ ਕੋਲੋਂ ਨੱਸਣਾ ਹੋਏਗਾ, ਉਹ ਖੁਦ ਕੋਲੋਂ ਬਚਣਾ ਹੋਏਗਾ। ਇਉਂ ਸਮਝੋ ਕਿ ਇੱਕ ਗੁਲਾਬ ਦਾ ਫੁੱਲ ਕਮਲ ਦਾ ਫੁੱਲ ਹੋਣਾ ਚਾਹੁੰਦਾ ਹੈ, ਉਹ ਹੋ ਨਹੀਂ ਸਕਦਾ, ਲੇਕਿਨ ਭਰਮ 'ਚ ਜਿਉ ਸਕਦਾ ਹੈ, ਨਸ਼ਟ ਹੋ ਸਕਦਾ ਹੈ। ਨਸ਼ਟ ਹੋਣ ਵਿੱਚ ਇਹ ਹੋਏਗਾ ਕਿ ਉਹ ਗੁਲਾਬ ਦਾ ਫੁੱਲ ਵੀ ਨਾ ਹੋ ਸਕੇਗਾ ਤੇ ਕਮਲ ਦਾ ਫੁੱਲ ਤਾਂ ਕੀ ਹੋਣਾ। ਤੁਸੀਂ ਜੋ ਹੋ, ਪਰਮਾਤਮਾ ਤੁਹਾਨੂੰ ਉਵੇਂ ਜਿਵੇਂ ਹੀ ਸਵੀਕਾਰ ਕਰਦਾ ਹੈ, ਨਹੀਂ ਤਾਂ ਤੁਸੀਂ ਹੁੰਦੇ ਹੀ ਨਹੀਂ ਨਾ। ਤੁਸੀਂ ਜਿਹੋ ਜਿਹੇ ਹੋ, ਪਰਮਾਤਮਾ ਤੁਹਾਨੂੰ ਉਵੇਂ ਹੀ ਸਵੀਕਾਰ ਕਰਦਾ ਹੈ, ਨਹੀਂ ਤਾਂ ਉਹ ਤੁਹਾਨੂੰ ਬਣਾਉਂਦਾ ਹੀ ਨਾ। ਉਹ ਦੁਹਰਾਉਂਦਾ ਨਹੀਂ, ਇੱਕੋ ਜਿਹੇ ਬੁੱਤ ਨਹੀਂ ਕੱਢਦਾ। ਬੁੱਧ ਕਿੰਨੇ ਹੀ ਪਿਆਰੇ ਹੋਣ ਫਿਰ ਵੀ ਦੁਬਾਰਾ ਨਹੀਂ ਬਣਾਉਂਦਾ। ਦੁਬਾਰਾ ਤੋਂ ਕਾਰੀਗਰ ਹੀ ਬਣਾਉਂਦੇ ਹਨ ਜਿਨ੍ਹਾਂ ਦੀ ਪ੍ਰਤਿਭਾ ਇੰਨੀ ਘੱਟ ਹੈ ਕਿ ਨਵੇਂ ਨੂੰ ਨਹੀਂ ਲੱਭ ਪਾਉਂਦੇ। ਪਰਮਾਤਮਾ ਹਰੇਕ ਨੂੰ ਨਿਆਰਾ ਤੇ ਨਵਾਂ ਬਣਾਉਂਦਾ ਹੈ, ਇੱਕ ਇੱਕ ਅਦੁੱਤੀ ਬਣਾਉਂਦਾ ਹੈ। ਰਾਮ ਕਿੰਨੇ ਪਿਆਰੇ ਹੋਣ ਪਰ ਦੁਬਾਰਾ। ਤੇ ਸੋਚੋ ਜੇਕਰ ਬਹੁਤ ਰਾਮ ਪੈਦਾ ਹੋਣ ਲੱਗਣ ਤਾਂ ਬਹੁਤ ਬੇਅਰਥੇ ਹੋ ਜਾਣਗੇ, ਅਕਾਉਣ ਵਾਲੇ ਹੋ ਜਾਣਗੇ। ਹੁਣ ਤਾਂ ਰਾਮ ਦੇ ਦਰਸ਼ਨਾਂ ਦੀ ਇੱਛਾ ਹੁੰਦੀ ਹੈ, ਪਰ ਫਿਰ ਉਹਨਾਂ ਕੋਲੋਂ ਨੱਸਣ ਦੀ ਇੱਛਾ ਹੋਏਗੀ। ਬਸ ਇੱਕੋ ਰਾਮ ਕਾਫੀ ਹੈ। ਇੱਕ ਤੋਂ ਵੱਧ ਵਿੱਚ ਗੱਲ ਬਾਸੀ ਹੋ ਜਾਂਦੀ ਹੈ। ਪਰਮਾਤਮਾ ਬਾਸਾਪਣ ਪਸੰਦ ਨਹੀਂ ਕਰਦਾ। ਇਸ ਲਈ ਤੁਹਾਨੂੰ ਇਸ ਕਰਕੇ ਪੈਦਾ ਨਹੀਂ ਕੀਤਾ ਕਿ ਤੁਸੀਂ ਰਾਮ ਬਣ ਜਾਓ, ਕਿ ਕ੍ਰਿਸ਼ਨ ਬਣ ਜਾਓ, ਕਿ ਬੁੱਧ ਬਣ ਜਾਓ। ਤੁਹਾਨੂੰ ਪੈਦਾ ਕੀਤਾ ਹੈ ਕਿ ਜੋ ਕੁਝ ਤੁਸੀਂ ਬਣ ਸਕਦੇ ਹੋ ਹੋਰ ਕੋਈ ਵੀ ਨਹੀਂ ਬਣ ਸਕਦਾ। ਨਾ ਪਹਿਲਾਂ ਕੋਈ ਬਣ ਸਕਦਾ, ਨਾ ਬਾਅਦ 'ਚ ਬਣ ਸਕੇਗਾ। ਜੇ ਤੁਸੀਂ ਖੁੰਝ ਜਾਂਦੇ ਹੋ ਤਾਂ ਵਜੂਦ ਤੋਂ ਘੜੀ ਖੁੰਝ ਜਾਏਗੀ। ਉਹ ਤੁਸੀਂ ਬਣ ਸਕਦੇ ਸੀ, ਤੁਹਾਤੋਂ ਇਲਾਵਾ ਕੋਈ ਹੋਰ ਉਸ ਪ੍ਰਾਲਬੱਧ ਨੂੰ ਨਹੀਂ ਪਾ ਸਕਦਾ। ਉੱਚੀ ਆਸ ਨੂੰ ਦੂਰ ਕਰੋ ਤਾਂ ਜੋ ਤੁਸੀਂ ਆਪਣੇ ਸਰੂਪ ਵਿੱਚ ਸਥਾਪਿਤ ਹੋ ਸਕੋ। ਉੱਚੀ ਆਸ ਦੂਜੇ ਦੀ ਨਕਲ 'ਚ ਦੌੜਦੀ ਹੈ। ਕਿਸੇ ਵਰਗੇ ਬਣ ਜਾਓ, ਨੱਸੋ ਭੱਜੋ, ਕੁਝ ਕਰੋ। ਝੂਠਾ ਹੋਏਗਾ ਸਭ ਕਰਨਾ, ਉੱਪਰ ਉੱਪਰ ਹੋਏਗਾ, ਕੱਜਣ ਹੋਏਗਾ, ਨਕਲੀ ਕਾਗਜ਼ ਦੇ ਫੁੱਲ ਚਿਪਕਾ ਲਓਗੇ। ਉੱਚੀ ਆਸ ਨੂੰ ਦੂਰ ਕਰੋ। ਛੱਡ ਹੀ ਦਿਓ ਖਿਆਲ ਕਿ ਤੁਹਾਨੂੰ ਕੁਝ ਹੋਰ ਬਣਨਾ ਪੈਣਾ ਹੈ। ਤੁਹਾਨੂੰ ਤਾਂ ਸਿਰਫ ਇੱਕ ਹੀ ਖਿਆਲ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਪਰਮਾਤਮਾ ਨੇ ਕੀ ਬਣਾਇਆ ਹੈ। ਉਸ ਨੂੰ ਤੁਸਾਂ ਨੇ ਜਾਣਨਾ ਹੈ, ਹੋਣਾ ਵੀ ਨਹੀਂ। ਉਹ ਤੁਸੀਂ ਹੀ ਹੋ ਹੀ। ਇੱਕ ਹੀ ਖਿਆਲ ਰੱਖੋ ਕਿ ਤੁਸੀਂ ਜੋ ਹੋ ਉਸ ਨੂੰ ਉਗਾੜਨਾ ਹੈ। ਤੁਸੀਂ ਕੁਝ ਨਹੀਂ, ਕੁਝ ਹੋਣਾ ਨਹੀਂ ਹੈ। ਕੋਈ ਆਦਰਸ਼ ਨਹੀਂ ਚਾਹੀਦਾ, ਕੋਈ ਤੁਹਾਡੇ ਲਈ ਬਲੂ ਪ੍ਰਿੰਟ ਦੀ ਜ਼ਰੂਰਤ ਨਹੀਂ ਹੈ ਕਿ ਇਸ ਤਰ੍ਹਾਂ ਦੇ ਤੁਸੀਂ ਹੋ ਜਾਓ। ਅਧਿਆਤਮ ਦੀ ਖੋਜ ਆਦਰਸ਼ ਦੀ ਖੋਜ ਨਹੀਂ। ਅਧਿਆਤਮ ਦੀ ਖੋਜ ਤੁਹਾਡੇ ਅੰਦਰ ਜੋ ਮੌਜੂਦ ਹੈ ਉਹਦਾ ਲੱਭ ਲੈਣਾ ਹੈ, ਉਹਨੂੰ ਉਘਾੜ ਲੈਣਾ। ਜੋ ਵੀ ਚਾਹੀਦਾ ਹੈ ਉਹ ਹੈ, ਤੇ ਜੋ ਵੀ ਤੁਸੀਂ ਹੋ ਸਕਦੇ ਹੋ ਉਹ ਤੁਸੀਂ ਹੋ। ਹੁਣੇ ਹੀ ਇਸ ਛਿਣ ਉਸ ਵਿੱਚ ਰੱਤੀ ਭਰ ਵੀ ਜੋੜਨਾ ਨਹੀਂ ਹੈ, ਸਿਰਫ ਕੁਝ ਘਟਾਉਣਾ ਹੈ। ਜੋ ਕਚਰਾ ਇਕੱਠਾ ਕਰ ਦਿੱਤਾ ਹੈ ਉਹਨੂੰ ਹਟਾਉਣਾ ਭਰ ਹੈ, ਜੋੜਨਾ ਕੁਝ ਵੀ ਨਹੀਂ ਹੈ। ਹੀਰਾ ਮੌਜੂਦ ਹੈ ਕਚਰੇ ਦੇ ਇੱਕ ਢੇਰ ਵਿੱਚ, ਤੇ ਤੁਸੀਂ ਕਿਸੇ ਹੋਰ ਦੀ ਨਕਲ ਨਾ ਕਰਨਾ, ਕਿਸੇ ਹੋਰ ਵਰਗੇ ਹੋਣ ਦੀ ਕੋਸ਼ਿਸ਼ ਨਾ ਕਰਨਾ। ਇਹ ਕਿਸੇ ਹੋਰ ਵਰਗੇ ਹੋਣ ਦੀ ਕੋਸ਼ਿਸ਼ ਹੈ। ਉੱਚੀ ਆਸ, ਐਂਬਿਸ਼ਨ, ਉੱਚੀ ਆਸ ਨੂੰ ਦੂਰ ਕਰੋ। ਉੱਚੀ ਆਸ ਪਹਿਲਾ ਸਰਾਪ ਹੈ। ਜਿਹੜਾ ਕੋਈ ਆਪਣੇ ਸਹਿਯੋਗੀਆਂ ਤੋਂ ਅੱਗੇ ਵਧ ਰਿਹਾ ਹੈ ਉਸ ਨੂੰ ਉਹ ਮੋਹਿਤ ਕਰਕੇ ਆਪਣੇ ਰਾਹਾਂ ਤੋਂ ਥਿੜਕਾ ਦਿੰਦੇ ਹੈ। ਸੱਤ ਕਰਮਾਂ ਦੇ ਫਲ ਦੀ ਇੱਛਾ ਦਾ ਇਹ ਸਭ ਤੋਂ ਸਰਲ ਰੂਪ ਹੈ।
ਬੁੱਧੀਮਾਨ ਤੇ ਸ਼ਕਤੀਸ਼ਾਲੀ ਲੋਕ ਇਹਦੇ ਜ਼ਰੀਏ ਲਗਾਤਾਰ ਆਪਣੀਆਂ ਉੱਚੀਆਂ ਸੰਭਾਵਨਾਵਾਂ ਤੋਂ ਖਾਲੀ ਹੁੰਦੇ ਰਹਿੰਦੇ ਹਨ। ਫਿਰ ਵੀ ਇਹ ਬੜੀ ਜ਼ਰੂਰੀ ਸਿੱਖਿਆ ਦਾ ਸਾਧਨ ਹੈ। ਇਹਦੇ ਫਲ ਚੱਖਦੇ ਸਮੇਂ ਮੂੰਹ ਵਿੱਚ ਸੁਆਹ ਤੇ ਧੂੜ ਬਣ ਜਾਂਦੇ ਹਨ। ਮੌਤ ਤੇ ਵਿਛੋੜੇ ਵਾਂਗ ਇਹਦੇ ਅੰਤ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਸਵਾਰਥ ਦੇ ਲਈ ਹਉਮੈ ਦੇ ਵਿਸਥਾਰ ਖਾਤਰ ਕੰਮ ਕਰਨ ਦੇ ਸਿੱਟੇ ਵਜੋਂ ਨਿਰਾਸ਼ਾ ਹੀ ਹਾਸਲ ਹੋਏਗੀ। ਉੱਚੀ ਆਸ ਦਾ ਇੱਕ ਰੂਪ ਮੈਂ ਕਿਹਾ, ਇੱਕ ਹੋਰ ਰੂਪ ਹੈ ਜੋ ਨਿਗੁਣਾ ਹੈ, ਪਰ ਉਹ ਵੀ ਸਾਨੂੰ ਜ਼ੋਰ ਨਾਲ ਫੜੀ ਰੱਖਦਾ ਹੈ। ਉਸ ਝੱਖੜ 'ਚ ਅਸੀਂ ਵੀ ਕਾਫੀ ਪ੍ਰਵਾਹਿਤ ਹੁੰਦੇ ਹਾਂ। ਦੂਜੇ ਵਰਗੇ ਹੋਣ ਦੀ ਚਾਹ ਨਾ, ਦੂਜੇ ਤੋਂ ਅੱਗੇ ਹੋਣ ਦੀ ਚਾਹ। ਉੱਚੀ ਆਸ ਦਾ ਇਹ ਦੂਜਾ ਅਰਥ ਹੈ। ਹਮੇਸ਼ਾ ਇਹ ਚਿੰਤਾ ਲੱਗੀ ਰਹਿੰਦੀ ਹੈ, ਗੁਆਂਢੀ ਨਾਲੋਂ ਮੇਰਾ ਮਕਾਨ ਵੱਡਾ ਕਿਵੇਂ ਹੋ ਜਾਏ, ਕਿ ਗੁਆਂਢੀ ਨਾਲੋਂ ਮੇਰੀ ਇੱਜ਼ਤ ਵੱਧ ਕਿਵੇਂ ਹੋ ਜਾਏ, ਕਿ ਗੁਆਂਢੀ ਤੋਂ ਮੈਂ ਅੱਗੇ ਕਿਵੇਂ ਲੰਘ ਜਾਵਾਂ। ਕਿਸੇ ਨਾ ਕਿਸੇ ਤੁਲਨਾ 'ਚ ਤੁਸੀਂ ਖੁਦ ਨੂੰ ਸੋਚਦੇ ਰਹਿੰਦੇ ਹੋ। ਜਦ ਤੱਕ ਤੁਸੀਂ ਦੂਜੇ ਦੀ ਤੁਲਨਾ 'ਚ ਖੁਦ ਨੂੰ ਸੋਚ ਰਹੇ ਹੋ, ਤੁਸੀਂ ਆਪਣੇ ਆਪ ਨੂੰ ਸਨਮਾਨ ਹੀ ਨਹੀਂ ਦਿੱਤਾ, ਤੁਸੀਂ ਆਪਣਾ ਅਪਮਾਨ ਕਰ ਰਹੇ ਹੋ। ਕਿਉਂਕਿ ਨਾ ਤਾਂ ਗੁਆਂਢੀ ਤੁਹਾਡੇ ਵਰਗਾ ਹੈ, ਨਾ ਤੁਸੀਂ ਗੁਆਂਢੀ ਵਰਗੇ ਹੋ। ਦੋਨਾਂ ਦੀ ਕੋਈ ਤੁਲਨਾ ਨਹੀਂ ਹੋ ਸਕਦੀ। ਸਾਰੀ ਤੁਲਨਾ ਭੁਲੇਖਾ ਪਾਊ ਤੇ ਗਲਤ ਹੈ, ਤੇ ਤੁਹਾਨੂੰ ਦੂਜੇ ਤੋਂ ਅੱਗੇ ਹੋਣ ਦੀ ਖਾਤਰ ਨਹੀਂ ਭੇਜਿਆ ਗਿਆ। ਦੂਜੇ ਤੋਂ ਅੱਗੇ ਹੋ ਕੇ ਵੀ ਕੀ ਹੋਏਗਾ, ਕਿਉਂਕਿ ਫਿਰ ਤੁਸੀਂ ਪਾਓਗੇ ਕਿ ਕੋਈ ਉਸ ਤੋਂ ਵੀ ਅੱਗੇ ਹੈ। ਇਸ ਦੁਨੀਆ 'ਚ ਕੋਈ ਕਦੇ ਨਹੀਂ ਪਾਉਂਦਾ ਅਜਿਹੀ ਥਾਂ ਜਿੱਥੇ ਉਸ ਤੋਂ ਅੱਗੇ ਕੋਈ ਨਾ ਹੋਵੇ। ਜ਼ਿੰਦਗੀ ਬੜੀ ਜਟਿਲ ਹੈ। ਜੇ ਤੁਸੀਂ ਰਾਸ਼ਟਰਪਤੀ ਬਣ ਜਾਂਦੇ ਹੋ ਤਾਂ ਇਹ ਵੀ ਹੋ ਸਕਦਾ ਹੈ ਕਿ ਸੜਕ ਉੱਤੇ ਤੁਰੇ ਜਾਂਦੇ ਇੱਕ ਭੰਗੀ ਨੂੰ ਵੇਖ ਕੇ ਵੀ ਤੁਹਾਡੇ ਮਨ 'ਚ ਇੱਕ ਉੱਚੀ ਆਸ ਜਾਗ ਪਵੇ, ਕਿਉਂਕਿ ਉਹਦੇ ਕੋਲ ਜਿਹੋ ਜਿਹਾ ਨਰੋਆ ਸਰੀਰ ਹੈ ਉਹ ਜਿਹਾ ਤੁਹਾਡੇ ਕੋਲ ਨਹੀਂ ਹੈ। ਇੱਕ ਸਧਾਰਨ ਬੰਦੇ ਨੂੰ ਦੇਖ ਕੇ ਤੁਹਾਡੇ ਮਨ 'ਚ ਈਰਖਾ ਜਾਗ ਪਵੇ, ਕਿਉਂਕਿ ਉਸ ਕੋਲ ਜਿਹੋ ਜਿਹਾ ਖੂਬਸੂਰਤ ਚਿਹਰਾ ਹੈ ਉਹ ਜਿਹਾ ਚਿਹਰਾ ਤੁਹਾਡੇ ਕੋਲ ਨਹੀਂ ਹੈ। ਬੇਸ਼ੱਕ ਤੁਸੀਂ ਰਾਸ਼ਟਰਪਤੀ ਹੋਵੋ, ਕੋਈ ਨਾ ਕੋਈ ਅੱਗੇ ਹੈ, ਕਿਤੇ ਨਾ ਕਿਤੇ ਅੱਗੇ ਹੈ। ਜ਼ਿੰਦਗੀ 'ਚ ਹਜ਼ਾਰ ਉਪਾਅ ਹਨ ਅੱਗੇ ਹੋਣ ਦੇ, ਤੇ ਕੋਈ ਆਦਮੀ ਕਦੇ ਨਹੀਂ ਪਾਉਂਦਾ ਕਿ ਉਹ ਸਭ ਨਾਲੋਂ ਸਾਰੀਆਂ ਗੱਲਾਂ 'ਚ ਅੱਗੇ ਪਹੁੰਚ ਗਿਆ। ਪੀੜ ਬਣੀ ਰਹਿੰਦੀ ਹੈ। ਸਿਰਫ ਉਹੀ ਬੰਦਾ ਆਨੰਦ ਨੂੰ ਅੱਪੜਦਾ ਹੈ ਜਿਹੜਾ ਅੱਗੇ ਹੋਣ ਦੀ ਦੌੜ ਛੱਡ ਦਿੰਦਾ ਹੈ, ਤੇ ਜਿਹੜਾ ਕਹਿੰਦਾ ਹੈ ਜਿੱਥੇ ਮੈਂ ਹਾਂ ਉੱਥੇ ਮੈਂ ਪੂਰੀ ਤਰ੍ਹਾਂ ਹੋ ਜਾਵਾਂ। ਅੱਗੇ ਹੋਣ ਦਾ ਸਵਾਲ ਨਹੀਂ ਹੈ, ਜੋ ਮੈਂ ਹਾਂ ਉਹ ਮੈਂ ਪੂਰਾ ਹੋ ਜਾਵਾਂ। ਕਿਸੇ ਨਾਲ ਤੁਲਨਾ ਦਾ ਸਵਾਲ ਨਹੀਂ ਹੈ। ਜੋ ਵੀ ਮੈਂ ਹਾਂ ਉਹ ਅਧੂਰਾ ਨਾ ਰਹਿ ਜਾਏ, ਮੇਰਾ ਫੁੱਲ ਪੂਰਾ ਖਿੜ ਜਾਏ। ਉਹੋ ਜਿਹਾ ਜਿਹੋ ਜਿਹਾ ਵੀ ਹੈ, ਘਾਹ ਦਾ ਫੁੱਲ ਹੀ ਸਹੀ, ਪਰ ਪੂਰਾ ਖਿੜ ਜਾਏ। ਪਰਮਾਤਮਾ ਨੇ ਮੈਨੂੰ ਬਣਾਇਆ ਹੈ, ਉਹ ਮੈਂ ਪੂਰਾ ਹੋ ਜਾਵਾਂ। ਇਸ ਵਿੱਚ ਕਿਸੇ ਹੋਰ ਨਾਲ ਤੁਲਨਾ ਨਹੀਂ ਹੈ। ਇੱਕ ਗੁਲਾਬ ਦਾ ਫੁੱਲ ਖਿੜਦਾ ਹੈ, ਉਹ ਪਰਵਾਹ ਨਹੀਂ ਕਰ ਰਿਹਾ ਕਿ ਵੱਡਾ ਫੁੱਲ ਗੁਆਂਢ 'ਚ ਖਿੜਿਆ। ਉਹ ਛੋਟਾ ਜਿਹਾ ਫੁੱਲ ਸਹੀ, ਪਰ ਉਹ ਓਨਾ ਹੀ ਆਨੰਦਿਤ ਹੈ। ਪਰਮਾਤਮਾ ਉਹਨੂੰ ਪ੍ਰਵਾਨ ਕਰ ਰਿਹਾ ਹੈ, ਪੂਰਾ ਵਜੂਦ ਉਹਨੂੰ ਸਵੀਕਾਰ ਕਰ ਰਿਹਾ ਹੈ। ਉਹ ਨੱਚ ਰਿਹਾ ਹੈ ਹਵਾਵਾਂ ਵਿੱਚ, ਉਸੇ ਤਰ੍ਹਾਂ ਜਿਵੇਂ ਵੱਡਾ ਫੁੱਲ ਨੱਚ ਰਿਹਾ ਹੈ। ਇੱਕ ਝੇਨ ਫਕੀਰ ਹੋਇਆ ਹੈ, ਬੋਕੋਜ਼ੂ। ਉਸ ਤੋਂ ਕਿਸੇ ਨੇ ਪੁੱਛਿਆ, ਮੈਂ ਤੇਰੇ ਜਿਹਾ ਕਿਵੇਂ ਹੋ ਸਕਦਾ ਹੈ? ਤਾਂ ਉਹਨੇ ਕਿਹਾ, ਤੂੰ ਠਹਿਰ, ਜ਼ਰਾ ਲੋਕਾਂ ਨੂੰ ਚਲੇ ਜਾਣ ਦੇ। ਉਹ ਬੰਦਾ ਸਾਰਾ ਦਿਨ ਬੈਠਾ ਰਿਹਾ, ਥੱਕ ਗਿਆ, ਪਰੇਸ਼ਾਨ ਹੋ ਗਿਆ। ਕੋਈ ਨਾ ਕੋਈ ਮੌਜੂਦ ਰਹਿੰਦਾ ਹੀ ਸੀ। ਫਿਰ ਸ਼ਾਮੀ ਜਦ ਸਾਰੇ ਚਲੇ ਗਏ ਤਾਂ ਉਹਨੇ ਕਿਹਾ ਕਿ ਹੁਣ ਦੇਰ ਨਾ ਕਰ, ਸਾਰਾ ਦਿਨ ਹੋ ਗਿਆ ਹੈ, ਬੈਠੇ ਬੈਠੇ ਮੈਂ ਤੇਰੇ ਜਿਹਾ ਕਿਵੇਂ ਹੋ ਜਾਵਾਂ? ਤਾਂ ਬੋਕੋਜ਼ੂ ਨੇ ਕਿਹਾ ਕਿ ਤੂੰ ਮੇਰੇ ਨਾਲ ਬਾਹਰ ਆ। ਬਾਹਰ ਬਿਰਛ ਖਲੋਤੇ ਸਨ ਅਨੇਕਾਂ, ਕੋਈ ਛੋਟਾ ਸੀ, ਕੋਈ ਵੱਡਾ ਸੀ। ਬੋਕੋਜ਼ੂ ਨੇ ਕਿਹਾ, ਦੇਖ, ਇਹ ਛੋਟਾ ਬਿਰਛ ਛੋਟਾ ਹੈ, ਇਹ ਵੱਡਾ ਬਿਰਛ ਵੱਡਾ ਹੈ। ਇਹਨਾਂ ਦੋਹਾਂ ਨੂੰ ਮੈਂ ਕਦੇ ਨਹੀਂ ਸੁਣਿਆ ਚਰਚਾ ਕਰਦਿਆਂ। ਨਾ ਤਾਂ ਛੋਟੇ ਨੇ ਵੱਡੇ ਤੋਂ ਪੁੱਛਿਆ ਕਿ ਮੈਂ ਤੇਰੇ ਵਰਗਾ ਕਿਵੇਂ ਹੋ ਜਾਵਾਂ, ਨਾ ਵੱਡੇ ਨੇ ਛੋਟੇ ਤੋਂ ਪੁੱਛਿਆ ਕਿ ਮੈਂ ਤੇਰੇ ਜਿਹਾ ਕਿਵੇਂ ਹੋ ਜਾਵਾਂ। ਕਿਉਂਕਿ ਛੋਟੇ ਵਿੱਚ ਜਿਹੜੇ ਫੁੱਲ ਖਿੜਦੇ ਹਨ ਉਹ ਵੱਡੇ 'ਚ ਨਹੀਂ ਖਿੜਦੇ, ਬੜੇ ਸੁਗੰਧਿਤ ਹਨ। ਤੇ ਵੱਡੇ ਦੀ ਅਸਮਾਨ 'ਚ ਉੱਚਾਈ ਹੈ ਤੇ ਛੋਟਾ ਅਸਮਾਨ 'ਚ ਉੱਚਾ ਨਹੀਂ ਹੈ। ਲੇਕਿਨ ਇਹ ਇੱਕ ਦੂਜੇ ਤੋਂ ਪੁੱਛਦੇ ਨਹੀਂ ਹਨ, ਨਾ ਤੁਲਨਾ ਕਰਦੇ ਹਨ। ਇਹ ਮੇਰੀ ਖਿੜਕੀ ਦੇ ਕੋਲ ਵਰ੍ਹਿਆਂ ਤੋਂ ਹਨ। ਮੈਂ ਕਦੇ ਇਹਨਾਂ ਵਿਚਾਲੇ ਕੰਨੋ ਕੰਨੀ ਗੱਲ ਹੁੰਦੀ ਵੀ ਨਹੀਂ ਸੁਣੀ, ਨਾ ਕੋਈ ਸਵਾਲ ਉੱਠਿਆ। ਤੇ ਇਹ ਦੋਨੋਂ ਇੱਕੋ ਜਿਹੇ ਆਨੰਦਿਤ ਹਨ। ਇਹਨਾਂ ਦੇ ਆਨੰਦ ਵਿੱਚ ਰਤੀ ਭਰ ਫਰਕ ਨਹੀਂ ਹੈ, ਕਿਉਂਕਿ ਹਰੇਕ ਨੇ ਆਪਣੇ ਆਪ ਨੂੰ ਸਵੀਕਾਰ ਕਰ ਲਿਆ ਉਹੋ ਜਿਹਾ ਜਿਹੋ ਜਿਹਾ ਹੈ। ਤੂੰ ਵੀ ਮੈਥੋਂ ਨਾ ਪੁੱਛ, ਜੇਕਰ ਤੂੰ ਸੱਚਮੁੱਚ ਸ਼ਾਂਤੀ ਚਾਹੁੰਦਾ ਹੈ
ਤੂੰ ਮੈਥੋਂ ਵੀ ਨਾ ਪੁੱਛ, ਤੂੰ ਜਿਹੋ ਜਿਹਾ ਹੈ ਉਹੋ ਜਿਹਾ ਹੈ। ਤੇ ਜਦ ਮੈਂ ਤੈਥੋਂ ਨਹੀਂ ਪੁੱਛਦਾ ਕਿ ਤੇਰੇ ਜਿਹਾ ਕਿਵੇਂ ਹੋ ਜਾਵਾਂ, ਤਾਂ ਤੂੰ ਕਿਉਂ ਮੈਥੋਂ ਪੁੱਛ ਰਿਹਾ? ਉਹ ਆਦਮੀ ਕਹਿਣ ਲੱਗਾ, ਲੇਕਿਨ ਇਸ ਲਈ ਤਾਂ ਪੁੱਛ ਰਿਹਾ ਕਿ ਤੁਸੀਂ ਇੰਨੇ ਸ਼ਾਂਤ ਤੇ ਆਨੰਦਿਤ ਹੋ, ਮੈਂ ਇੰਨਾ ਅਸ਼ਾਂਤ ਤੇ ਦੁਖੀ ਹਾਂ, ਇਸ ਲਈ ਤਾਂ ਪੁੱਛ ਰਿਹਾ ਕਿ ਤੇਰੇ ਜਿਹਾ ਕਿਵੇਂ ਹੋ ਜਾਵਾਂ। ਤਾਂ ਬੋਕੋਜ਼ੂ ਨੇ ਕਿਹਾ, ਮੈਂ ਤੈਨੂੰ ਤਰਕੀਬ ਵੀ ਦੱਸ ਰਿਹਾ, ਪਰ ਤੂੰ ਸੁਣ ਹੀ ਨਹੀਂ ਰਿਹਾ। ਮੈਂ ਤੈਨੂੰ ਤਰਕੀਬ ਤਾਂ ਦੱਸ ਰਿਹਾ ਕਿ ਮੈਂ ਵੀ ਪਹਿਲਾਂ ਤੇਰੇ ਵਰਗਾ ਹੀ ਦੁਖੀ ਤੇ ਅਸ਼ਾਂਤ ਸੀ, ਕਿਉਂਕਿ ਮੈਂ ਵੀ ਕਿਸੇ ਹੋਰ ਜਿਹਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦ ਤੋਂ ਮੈਂ ਆਪਣੇ ਜਿਹਾ ਹੋਣ ਨੂੰ ਰਾਜ਼ੀ ਹੋ ਗਿਆ, ਪੀੜ ਖਤਮ ਹੋ ਗਈ। ਤੁਲਨਾ ਵਿੱਚ ਦੁੱਖ ਹੈ, ਤੁਲਨਾ ਵਿੱਚ ਹਿੰਸਾ ਹੈ। ਛੱਡੋ ਤੁਲਨਾ, ਕਿਸੇ ਨਾਲ ਨਾ ਤੋਲੋ ਖੁਦ ਨੂੰ। ਕੋਈ ਅਰਥ ਵੀ ਨਹੀਂ ਹੈ, ਕੋਈ ਉਪਾਅ ਵੀ ਨਹੀਂ ਹੈ। ਰਾਜ਼ੀ ਹੋ ਜਾਓ ਜਿਹੋ ਜਿਹੇ ਹੋ। ਇੱਕ ਹੀ ਗੱਲ ਦੀ ਫਿਕਰ ਕਰੋ ਕਿ ਜੋ ਮੈਂ ਹਾਂ, ਜਿਹੋ ਜਿਹਾ ਹਾਂ, ਉਹ ਪੂਰੇ ਦਾ ਪੂਰਾ ਮੇਰੇ ਸਾਹਮਣੇ ਕਿਵੇਂ ਪ੍ਰਗਟ ਹੋ ਜਾਏ। ਇੱਥੇ ਅਸੀਂ ਇਸ ਗੱਲ ਦੀ ਖੋਜ ਕਰਾਂਗੇ ਕਿ ਨਾ ਤਾਂ ਮੈਂ ਤੁਹਾਨੂੰ ਬਣਾਉਣਾ ਚਾਹੁੰਦਾ ਬੁੱਧ, ਨਾ ਰਾਮ, ਨਾ ਕ੍ਰਿਸ਼ਨ, ਕੋਈ ਜ਼ਰੂਰਤ ਨਹੀਂ ਹੈ, ਉਹ ਹੋ ਚੁੱਕੇ ਹੈ। ਮੈਂ ਤੁਹਾਨੂੰ ਬਣਾਉਣਾ ਚਾਹੁੰਦਾ ਉਹੀ ਜੋ ਤੁਸੀਂ ਹੋ, ਜੋ ਬੀਜ ਤੁਹਾਡੇ ਅੰਦਰ ਹੈ ਉਹੀ ਅੰਕੁਰਿਤ ਹੋਵੇ। ਦੂਜੇ ਤੋਂ ਵੀ ਤੁਹਾਨੂੰ ਅੱਗੇ ਪਿੱਛੇ ਨਹੀਂ ਰੱਖਣਾ ਚਾਹੁੰਦਾ, ਕੋਈ ਕਿਸੇ ਦੇ ਅੱਗੇ ਪਿੱਛੇ ਨਹੀਂ ਹੈ। ਹਰ ਬੰਦਾ ਆਪਣੀ ਥਾਂ ਤੇ ਹੈ, ਤੁਸੀਂ ਆਪਣੀ ਹੀ ਥਾਂ ਤੇ ਖਿੜ ਸਕੋ। ਜੋ ਵੀ ਸੁਗੰਧ ਛੁਪਾਈ ਹੈ ਆਪਣੇ ਹਿਰਦੇ ਵਿੱਚ, ਕੱਲ ਬਾਹਰ ਆ ਸਕੇ। ਮੈਂ ਤੁਹਾਨੂੰ ਤੁਸੀਂ ਹੀ ਬਣਾਉਣਾ ਚਾਹੁੰਦਾ।